ਅੱਜ ਨੋਇਡਾ ਦੇ ਟਵਿਨ ਟਾਵਰ ਤਬਾਹ ਹੋਣਗੇ, ਡਿਮੋਲਿਸ਼ ਕੀਤੇ ਜਾਣਗੇ। ਦੁਪਹਿਰ 2:30 ਵਜੇ ਮਹਾ ਵਿਸਫੋਟ ਹੋਏਗਾ। 29 ਤੇ 32 ਮੰਜ਼ਿਲਾਂ ਦੇ ਟਾਵਰ ਨੇ। ਉਸਾਰੀ ਅਧੀਨ ਸੀ, ਹੋਰ ਫਲੋਰ ਬਣਨੇ ਸੀ। 850 ਫਲੈਟਸ ਦੇ ਲਈ ਇਹ ਬਣ ਰਹੇ ਸੀ, ਉਸਾਰੀ ਅਧੀਨ ਸੀ। ਲੇਕਿਨ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਇਹ ਢਹਿ ਕੀਤੇ ਜਾ ਰਹੇ ਨੇ। ਸਿਆਨ ਟਾਵਰ ਦੀ ਉਚਾਈ 32 ਮੰਜ਼ਿਲਾਂ ਤੇ ਏਪੈਕਸ ਟਾਵਰ ਦੀ ਉਚਾਈ 29 ਮੰਜ਼ਿਲਾਂ। ਇਹ ਵੱਡੀਆਂ ਇਮਾਰਤਾਂ ਜਿਨ੍ਹਾਂ ਦੀ ਉਚਾਈ ਕੁਤਬ ਮੀਨਾਰ ਤੋਂ ਵੀ ਵੱਧ ਹੈ, ਉਹਨਾਂ ਨੂੰ ਅੱਜ ਢਹਿ ਕੀਤਾ ਜਾਏਗਾ। ਦੋਵੇਂ ਟਾਵਰਾਂ ਦੇ ਵਿਚਾਲੇ 9.88 ਮੀਟਰ ਦੀ ਦੂਰੀ ਹੈ। 3700 ਕਿਲੋ ਬਾਰੂਦ ਦੇ ਨਾਲ ਬਲਾਸਟ ਹੋਏਗਾ। 9 ਸੈਕਿੰਡ ਦੇ ਵਿੱਚ ਇਹ ਟਵਿਨ ਟਾਵਰ ਢਹਿ ਹੋ ਜਾਣਗੇ। 1396 ਫਲੈਟਸ ਆਸ-ਪਾਸ ਦੇ ਇਲਾਕਿਆਂ ਤੋਂ ਖਾਲੀ ਕਰਾਏ ਗਏ ਨੇ। 10 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਨੇੜਲੇ ਹਸਪਤਾਲ ਹੈਲਥ ਐਮਰਜੈਂਸੀ ਦੇ ਲਈ ਤਿਆਰ ਨੇ। ਤਾਂ ਪੂਰੀਆਂ ਤਿਆਰੀਆਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਗਈਆਂ ਨੇ। ਸਵੇਰੇ 7 ਵਜੇ ਤੱਕ ਆਸ-ਪਾਸ ਦੀਆਂ ਸੁਸਾਇਟੀਆਂ ਖਾਲੀ ਕਰਾ ਲਈਆਂ ਗਈਆਂ ਸੀ। ਲੋਕਾਂ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਸ਼ਰਨ ਦਿੱਤੀ ਗਈ ਹੈ। ਕਈ ਹੋਰਨਾਂ ਸੁਸਾਇਟੀਆਂ ਦੇ ਲੋਕਾਂ ਨੇ ਇੱਥੇ ਨੇੜਲੀਆਂ ਸੁਸਾਇਟੀਆਂ ਦੇ ਲੋਕਾਂ ਨੂੰ ਆਪਣੇ ਕੋਲ ਸ਼ਰਨ ਦਿੱਤੀ ਹੈ, ਆਪਣੇ ਕੋਲ ਪਨਾਹ ਦਿੱਤੀ ਹੈ ਜਦੋਂ ਤੱਕ ਇਹ ਡੈਮੋਲੀਸ਼ਨ ਹੋਏਗਾ। ਤੇ ਇਸ ਦੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਸਵੇਰ ਤੋਂ ਹੀ ਇੰਤਜ਼ਾਮ ਕੀਤੇ ਜਾ ਰਹੇ ਨੇ, ਡਰਿਲਸ ਕੀਤੀਆਂ ਜਾ ਰਹੀਆਂ ਨੇ, ਡਰਾਈ ਰਨ ਕੀਤੇ ਜਾ ਰਹੇ ਨੇ ਤਾਂ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਹੈਲਥ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਲੋਕਾਂ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਇਹਨਾਂ ਟਾਵਰਾਂ ਦੇ 1 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਲੋਕਾਂ ਨੂੰ ਆਉਣ ਜਾਣ ਦੀ ਮਨਾਹੀ ਹੈ। ਬੈਰੀਕੇਡਿੰਗ ਕੀਤੀ ਗਈ ਹੈ। ਸਿਰਫ ਜੋ ਲੋਕ ਇਸ ਡੈਮੋਲੀਸ਼ਨ ਦਾ ਪਾਰਟ ਨੇ, ਚਾਹੇ ਉਹ ਸੁਰੱਖਿਆ ਏਜੰਸੀਆਂ ਉਹਨਾਂ ਦੇ ਨਾਲ ਨੇ, ਤੇ ਜਿਹੜੇ ਲੋਕ ਡੈਮੋਲੀਸ਼ਨ ਕਰਨਗੇ, ਪ੍ਰਸ਼ਾਸਨਿਕ ਅਧਿਕਾਰੀ ਨੇ, ਸਿਰਫ ਉਹਨਾਂ ਨੂੰ ਇਸ ਦਾਇਰੇ ਦੇ ਅੰਦਰ ਜਾਣ ਦੀ ਇਜਾਜ਼ਤ ਹੈ। ਦੁਪਹਿਰ 2:30 ਵਜੇ ਵਿਸਫੋਟ ਕੀਤਾ ਜਾਏਗਾ। ਵਾਟਰਫਾਲ ਡੈਮੋਲੀਸ਼ਨ ਹੋਏਗਾ। ਅਸੀਂ ਗ੍ਰਾਫਿਕਸ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤਰੀਕੇ ਦੇ ਨਾਲ ਐਕਸਪਲੋਜਨ ਕੀਤਾ ਜਾਣਾ ਹੈ, ਇਸ ਤਰੀਕੇ ਦੇ ਨਾਲ ਵਿਸਫੋਟ ਕੀਤਾ ਜਾਣਾ ਹੈ ਕਿ ਆਸ-ਪਾਸ ਦੇ ਇਲਾਕੇ ਨੂੰ, ਆਸ-ਪਾਸ ਦੀਆਂ ਇਮਾਰਤਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਬਹੁਤ ਹੀ ਕੰਟਰੋਲਡ ਤਰੀਕੇ ਦੇ ਨਾਲ ਇਹ ਐਕਸਪਲੋਜਨ ਕੀਤੇ ਜਾਂਦੇ ਨੇ। ਕੰਟਰੋਲਡ ਇੰਪਲੋਜਨ ਇਸ ਨੂੰ ਨਾਮ ਦਿੱਤਾ ਗਿਆ ਹੈ, ਯਾਨੀ ਕਿ ਵੱਖੋ ਵੱਖਰੀਆਂ ਜਗ੍ਹਾਵਾਂ ਤੇ ਵਿਸਫੋਟਕ ਸਮੱਗਰੀ ਲਗਾ ਕੇ ਇਹਨਾਂ ਟਾਵਰਾਂ ਨੂੰ ਗਿਰਾਇਆ ਜਾਏਗਾ। ਲੇਕਿਨ ਗਿਰਾਇਆ ਇਸ ਤਰੀਕੇ ਦੇ ਨਾਲ ਜਾਏਗਾ ਤੇ ਕਿ ਆਸ-ਪਾਸ ਦੀਆਂ ਇਮਾਰਤਾਂ ਨੂੰ ਨੁਕਸਾਨ ਨਾ ਪਹੁੰਚੇ। ਆਸ-ਪਾਸ ਦੀਆਂ ਸੁਸਾਇਟੀਆਂ ਤੁਸੀਂ ਤਸਵੀਰਾਂ 'ਚ ਦੇਖ ਪਾ ਰਹੇ ਹੋ, ਜਿੱਥੇ ਆਸ-ਪਾਸ ਕੱਪੜੇ ਲਗਾ ਦਿੱਤੇ ਗਏ ਨੇ ਇਹਨਾਂ ਸੁਸਾਇਟੀਆਂ ਦੇ ਉੱਤੇ ਤਾਂ ਕਿ ਜਿਹੜੇ ਫਲੈਟਸ ਨੇ ਉੱਥੇ ਧੂੜ ਮਿੱਟੀ ਨਾ ਜਾਵੇ। ਇਸ ਨੂੰ ਲੈ ਕੇ ਪੂਰੇ ਇੰਤਜ਼ਾਮ ਕੀਤੇ ਗਏ ਨੇ। ਆਸ-ਪਾਸ ਦੀਆਂ ਸੁਸਾਇਟੀਆਂ ਸਵੇਰੇ 7 ਵਜੇ ਤੱਕ ਖਾਲੀ ਕਰਾ ਲਈਆਂ ਗਈਆਂ ਸੀ। ਬਿਜਲੀ, ਪਾਣੀ, ਗੈਸ ਦੀ ਸਪਲਾਈ ਕੱਟ ਦਿੱਤੀ ਗਈ ਹੈ। ਇਸ ਤੋਂ ਇਲਾਵਾ 2:30 ਵਜੇ ਜਿਸ ਵੇਲੇ ਇਹ ਐਕਸਪਲੋਜਨ ਹੋਏਗਾ, ਜਿਸ ਵੇਲੇ ਇਹ ਇਮਾਰਤਾਂ ਗਿਰਾਈਆਂ ਜਾਣਗੀਆਂ, ਉਸ ਤੋਂ ਬਾਅਦ ਸਭ ਕਾਸੇ ਦੀ ਸਮੀਖਿਆ ਕੀਤੀ ਜਾਵੇਗੀ ਪ੍ਰਸ਼ਾਸਨ ਦੇ ਵੱਲੋਂ ਤੇ ਉਸ ਤੋਂ ਬਾਅਦ ਹੀ ਫਿਰ ਇਹਨਾਂ ਸੁਸਾਇਟੀਆਂ ਦੇ ਜਿਹੜੇ ਨੇੜਲੀਆਂ ਸੁਸਾਇਟੀਆਂ ਦੇ ਬਸ਼ਿੰਦੇ ਨੇ ਉਹਨਾਂ ਨੂੰ ਇੱਥੇ ਐਂਟਰੀ ਮਿਲੇਗੀ। ਹੈਲਥ ਐਮਰਜੈਂਸੀ ਦੇ ਲਈ ਵੀ ਹਸਪਤਾਲ ਤਿਆਰ ਨੇ। ਵੱਖੋ ਵੱਖਰੇ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਦੇ ਲਈ ਬੈੱਡਸ ਰਾਖਵੇਂ ਕਰ ਲਏ ਗਏ ਨੇ। ਅਗਰ ਕਿਸੇ ਵੀ ਕਿਸਮ ਦੀ ਕਿਸੇ ਨੂੰ ਦਿੱਕਤ ਆਉਂਦੀ ਹੈ, ਕਿਉਂਕਿ ਇਹ ਇਮਾਰਤਾਂ ਜਦੋਂ ਢਹਿ ਹੋਣਗੀਆਂ, ਪੋਲਿਊਸ਼ਨ ਜਿਹੜਾ ਹੈ ਉਹ ਵੀ ਹੋਏਗਾ, ਧੂੜ ਦਾ ਗੁਬਾਰ ਉੱਠੇਗਾ। ਇਸ ਸਭ ਨੂੰ ਲੈ ਕੇ ਵੀ ਇੰਤਜ਼ਾਮ ਕੀਤੇ ਗਏ ਨੇ। ਵਾਟਰ ਟੈਂਕਰ ਮੰਗਾਏ ਗਏ ਨੇ, ਐਂਟੀ ਸਮੌਗ ਇੰਤਜ਼ਾਮ ਕੀਤੇ ਗਏ ਨੇ। ਲੇਕਿਨ ਜਿਸ ਕਿਸਮ ਦਾ ਗੁਬਾਰ ਉੱਠੇਗਾ, ਜਿਸ ਕਿਸਮ ਦਾ ਨੋਇਜ਼ ਪੋਲਿਊਸ਼ਨ ਹੋਵੇਗਾ, ਸ਼ੋਰ ਪ੍ਰਦੂਸ਼ਣ ਹੋਵੇਗਾ, ਉਸ ਸਭ ਦੇ ਨਾਲ ਕਿਸੇ ਨੂੰ ਕੋਈ ਦਿੱਕਤ ਨਾ ਆਵੇ, ਇਸ ਦੇ ਲਈ ਐਮਰਜੈਂਸੀ ਇੰਤਜ਼ਾਮ ਕੀਤੇ ਗਏ ਨੇ। ग्रीन कॉरिडोर बनाया गया है ताकि एंबुलेंसेस वगैरह आ जा सकन। अगर किसी भी किस्म की कोई दिक्कत आती है, हर तरह के इंतजाम किए गए ने। महज कुछ ही सैकंड्स दे विच इन्हां इमारतां नूं अज ढा दिता जाएगा। सुप्रीम कोर्ट के आदेशों तो बाद ये ट्विन टावर गिराए जा रहे हैं। तो बहुत सारिया गाइडलाइनस भी जारी की गई ने। आम लोगों के लिए भी गाइडलाइनस जारी की गई ने। ब्लास्ट के दौरान किहड़ियां सावधानियां वरतनियां होणगियां। नेड़े दीयां सोसाइटीज़ दी बिजली कट्टी गई है। गैस पाइपलाइन कनैक्शन बंद कर दिए गए ने। पाइपलाइन नूं बचाउण दे लई इंपैक्ट कुशन बनाया गया है। लगभग 1500 परिवार इस दे नाल प्रभावित होणगे। वड्डे टोयां ते टायरां तो वाइब्रेशन रोकण दा इंतजाम किया गया है। टावर के बाहर एंटी स्मोकिंग गन लगाई गई है। धमाके तो बाद पानी का छिड़काव होएगा। धमाके तो पहला ते बाद दे विच पानी का छिड़काव होएगा। वाटर टैंकर मंगवाए गए ने। प्रशासन के वल्लों हर तरह के इंतजाम किए गए ने ते ये सारियां सावधानियां वरतियां गईयां ने। आस-पास दीयां सोसाइटीज़ खाली करवाईयां गईयां ने। लोकां नूं उत्थों इवैक्यूएट किया गया है, शिफ्ट किया गया है। कई सारे परिवार सी जो एक दिन पहला ही इत्थों चले गए। कई सारे परिवार सी जो अज सवेर इत्थों चले गए ने। कई जगहों ते उन्हां दे रुकण दा प्रबंध किया गया है। कई आस-पास दीयां सोसाइटीज़ दे विच लोकां ने अपने घर इन्हां लोकां दे लई खोले ने ताकि उन्हां नूं कोई मुश्किल ना आवे जिस समय डेमोलिशन होएगा।
ਤੇ ਉਹਨਾਂ ਦੇ ਵਹੀਕਲਸ ਦੇ ਲਈ ਵੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਤਾਂ ਬਲਾਸਟ ਦੇ ਦੌਰਾਨ ਇਹ ਸਾਰੀਆਂ ਸਾਵਧਾਨੀਆਂ ਵਰਤੀਆਂ ਗਈਆਂ ਨੇ। ਤੇ ਬਲਾਸਟ ਤੋਂ ਬਾਅਦ ਕੀ ਹੋਵੇਗਾ? ਧੂੜ ਦਾ ਗੁਬਾਰ ਉੱਠੇਗਾ, 10 ਮਿੰਟ तक ਇਹ ਧੂੜ ਦਾ ਗੁਬਾਰ ਰਹੇਗਾ। ਇਸ ਦਾ ਅਸਰ 500 ਮੀਟਰ ਤੱਕ ਰਹੇਗਾ। 10 ਕਿਲੋਮੀਟਰ ਤੱਕ ਸ਼ੋਰ ਪ੍ਰਦੂਸ਼ਣ, ਇਸ ਦੀ ਜਿਹੜੀ ਨੋਇਜ਼ ਹੈ ਜਦੋਂ ਇਹ ਬਲਾਸਟ ਹੋਏਗਾ 10 ਕਿਲੋਮੀਟਰ ਦੂਰ ਤੱਕ ਸ਼ੋਰ ਪ੍ਰਦੂਸ਼ਣ ਹੋਏਗਾ। 35,000 ਟਨ ਤੋਂ ਵੱਧ ਮਲਬਾ ਨਿਕਲਣ ਦਾ ਅਨੁਮਾਨ ਲਗਾਇਆ ਗਿਆ ਹੈ। ਕੁਝ ਹੀ ਸੈਕਿੰਡਸ ਦੇ ਵਿੱਚ ਟਵਿਨ ਟਾਵਰ ਬਲਾਸਟ ਤਾਂ ਹੋ ਜਾਣਗੇ, ਲੇਕਿਨ ਮਲਬਾ ਕਿੰਨਾ ਹੋਏਗਾ ਇਹ ਵੀ ਵੇਖਣ ਵਾਲੀ ਗੱਲ ਹੋਏਗੀ। 35,000 ਟਨ ਤੋਂ ਵੱਧ ਮਲਬਾ ਨਿਕਲਣ ਦਾ ਅਨੁਮਾਨ ਹੈ। ਮਲਬਾ ਹਟਾਉਣ ਦੇ ਵਿੱਚ 3 ਮਹੀਨੇ ਲੱਗਣਗੇ। ਕੁਝ ਹੀ ਸੈਕਿੰਡਸ ਦੇ ਵਿੱਚ ਇਮਾਰਤ ਢਹਿ ਢੇਰੀ ਹੋ ਜਾਏਗੀ, ਲੇਕਿਨ ਮਲਬਾ ਹਟਾਉਣ ਦੇ ਵਿੱਚ 3 ਮਹੀਨੇ ਲੱਗਣਗੇ। 200 ਤੋਂ 1300 ਟਰੱਕਾਂ ਦਾ ਇੰਤਜ਼ਾਮ ਇਸ ਮਲਬੇ ਨੂੰ ਹਟਾਉਣ ਦੇ ਲਈ ਕੀਤਾ ਜਾ ਰਿਹਾ ਹੈ। ਮਲਬੇ ਚੋਂ ਕਰੀਬ 4000 ਟਨ ਲੋਹਾ ਜਾਂ ਸਟੀਲ ਕੱਢਿਆ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਬਾਕੀ ਮਲਬਾ ਹੋਏਗਾ ਉਸ ਨੂੰ ਇੱਥੋਂ ਹਟਾਇਆ ਜਾਏਗਾ। ਟਵਿਨ ਟਾਵਰ ਅੱਜ ਗਿਰਾਏ ਜਾਣੇ ਨੇ ਤੇ ਬਲਾਸਟ ਤੋਂ ਪਹਿਲਾਂ ਸਾਵਧਾਨੀਆਂ ਵਰਤੀਆਂ ਗਈਆਂ ਨੇ। ਬਲਾਸਟ ਤੋਂ ਬਾਅਦ ਕੀ ਕੁਝ ਹੋਏਗਾ ਉਸ ਦੀ ਵੀ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਹਰ ਇੱਕ ਅਪਡੇਟ ਨਿਊਜ਼ 18 पंजाब ਦੇ ਉੱਤੇ। देखिए, ऐसी एक सुरक्षित जगह जो है पार्श्वनाथ प्रेस्टीज है, जहां पर व्यवस्था की गई है तमाम रेजिडेंट्स के लिए जो आसपास के सुपरटेक एमराल्ड कोर्ट के हैं और एटीएस विलेज के हैं। ये तमाम लोग हैं, हमारे साथ कुछ रेजिडेंट भी हैं, सीधे उन्हीं से बातचीत करते हैं। सर, जब घर से पहली बार निकले थे अभी, तो क्या चीज़ पुख्ता की थी आप लोगों ने? खुशी है अभी चेहरे पर, चूंकि वेलकम हुआ है आप लोगों का पार्श्वनाथ प्रेस्टीज में, लेकिन डर भी होगा कहीं ना कहीं। नहीं, बिल्कुल आप सही कह रहे हैं। जब घर से निकले थे तो थोड़ा सा डर तो था कि जैसे ब्लास्ट होगा तो उसके बाद क्या स्थिति रहेगी। जैसे कहा जा रहा है कि वाइब्रेशन से कहीं ना कहीं मिरर्स ब्रेक होंगे। मिरर्स तो चांसेस बहुत ज़्यादा हैं कि ब्रेक होंगे। हालांकि हमने थोड़ा सा स्ट्रेंथन करने की कोशिश की है, लेकिन और कवर भी किया है। जैसे क्या प्रिकॉशनरी मेजर्स लिए आप लोगों ने? जितने एयर कंडीशनर्स थे उनको प्रॉपरली पैक किया है और कर्टन्स वगैरह लगाए हैं, चिक लगाए हैं, ग्लासेस को थोड़ा स्ट्रेंथन किया है टेप लगाकर, और शीट्स लगाई हैं, टेप वेप लगाए हैं, हाँ जी, हाँ जो जी, धूल है वो डस्ट है वो अंदर ना जाए। बिल्कुल बिल्कुल कोशिश तो यही है। आप भी सुपरटेक एमराल्ड से हैं? जी, हम एटीएस से हैं। अच्छा, एटीएस से हैं। तो जब घर से निकले थे तो कहाँ पे? टावर के नजदीक है आप लोगों का घर? बहुत नजदीक है एक्चुअली, आई 70 मीटर्स। हाँ, क्योंकि हमारे एक्चुअली आई गेस बहुत सालों से हमने तो बढ़ते हुए देखा है। मैं तो छोटी सी थी तो हर एक फोटो में वो पीछे ऐसे दिखता है और उसकी प्रॉक्सिमिटी मतलब इतना क्लोज है कि आई गेस इवन तो अर्थक्वेक आई गेस हमारे टावर्स तो रेजिस्टेंट है, लेकिन तब भी धूल का बहुत डर है। और होपफुली अभी जितना उन्होंने बताया है जो मेजर्स और जैसे प्रोसेस सारे न्यूज और उस सब भी पता चल रहा है, तो उस सब का तो उतना डर नहीं है। लेकिन भ्रष्टाचार की इमारत ट्विन टावर को आज ध्वस्त किया जा रहा है। आप देखेंगे तैयारियां की गई हैं कि किस प्रकार से ध्वस्त किया जाए। तो किसी इमरजेंसी की कोई पोजीशन हो, कोई सिचुएशन हो तो ग्रीन कॉरिडोर कैसे तैयार किया जाए, उसका ड्राई रन देखेंगे आप कि अगर कोई इमरजेंसी सिचुएशन होती है तो उसमें किस प्रकार की तमाम तैयारियां हैं, उसके लिए ये ग्रीन कॉरिडोर तैयार किया जाएगा। उसकी ड्राई रन यहाँ पर हो रहा है फिलहाल। और आप देखेंगे तमाम जो पुलिस का जत्था है वो यहाँ मौजूद है, तमाम आला अधिकारी मौजूद है जो खुद अपने लेवल पर इसको लीड कर रहे हैं। और किसी भी प्रकार की कोई अगर इमरजेंसी सिचुएशन होती है, इमरजेंसी की कोई बात आती है, उस दौरान किस प्रकार से ग्रीन कॉरिडोर तैयार किया गया, इसका ड्राई रन लिया जा रहा है। और तमाम तरीके की जो भी आज व्यवस्थाएं की जानी है, जो भी आज पूरे ऑपरेशन को अंजाम देना है, उसका ड्राई रन किया जा रहा है। ये देखिए ड्रोन कैमरे के जरिए पूरी निगरानी रखी जा रही है। ड्रोन कैमरा उड़ाया गया था अभी और इससे पूरा देखा गया कि कैसे ग्रीन कॉरिडोर जो तैयार किया जाएगा, कैसे एम्बुलेंस का मूवमेंट होगा, पुलिस का एस्कॉर्ट का मूवमेंट होगा और तमाम और भी जो एहतियात हैं वो किस प्रकार से बरते जाएं, इसको लेकर तमाम पुलिस के अधिकारी और तमाम नोएडा प्रशासन और पुलिस प्रशासन तैयार हैं। पुलिस अधिकारी भी हमारे साथ मौजूद हैं। सर, ग्रीन कॉरिडोर का ड्राई रन अभी आपने किया, किस प्रकार की तैयारियां हैं अगर कोई इमरजेंसी सिचुएशन होती है? देखिए, पहले ही बताया गया था कि आसपास जो रेजिडेंट्स हैं या फिर यहाँ किसी प्रकार की इमरजेंसी होती है तो उसके लिए इमरजेंसी रूट और ग्रीन कॉरिडोर बनाया गया है, ताकि हम जो चिन्हित हॉस्पिटल हैं जिसकी संख्या 8 से 10 है, तो वहाँ तुरंत ही हम किसी भी व्यक्ति को या फिर जो भी अन्य इमरजेंसी है उसको टैकल कर सकें। अभी इसलिए इसका एक प्रैक्टिस किया गया है ताकि मौके पे हमें समझ में आ जाए कि क्या दिक्कतें आती है और अभी ही इसका समाधान कर लिया जाए, ताकि हम जब अगर मैंने उम्मीद करता हूँ कि इस तरह की कोई सिचुएशन होगी, अगर ये सिचुएशन उत्पन्न होती है तो हम तत्काल रिस्पॉन्स कर सकें और उस समय कोई दिक्कत ना हो। सर, तमाम जो रेजिडेंट्स हैं उनको खाली भी करवाया गया है, आसपास की सोसाइटी में जो रह रहे थे उनको कहाँ शिफ्ट किया गया है? और
अलग अलग जगह शिफ्ट किए गए हैं और उसके लिए कोई दिक्कत नहीं है और ये प्रक्रिया पूरी हो चुकी है। मैं आप लोग से भी निवेदन करूंगा कि अब जो मीडिया के जो सुरक्षित जगह हैं वहाँ पर रहें और सभी जगह हमारी ड्यूटियां हैं। बैरियर पॉइंट एक्टिवेट है। आप देख रहे हैं कि गूगल मैप में भी ऑटो डाइवर्जन दिख रहा है, तो दिक्कत नहीं। ਤਾਂ ਹਰ ਤਰੀਕੇ ਦੇ ਇੰਤਜ਼ਾਮ ਕੀਤੇ ਗਏ ਨੇ, ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ। ਗ੍ਰੀਨ ਕੋਰੀਡੋਰ ਜਿਵੇਂ ਅਸੀਂ ਜਾਣਕਾਰੀ ਦੇ ਰਹੇ ਸੀ ਕਿ ਬਣਾਇਆ ਗਿਆ, ਕਿਸੇ ਵੀ ਕਿਸਮ ਦੀ ਅਗਰ ਐਮਰਜੈਂਸੀ ਹੁੰਦੀ ਹੈ ਐਂਬੂਲੈਂਸਸ ਦੇ ਲਈ ਗ੍ਰੀਨ ਕੋਰੀਡੋਰ ਵੀ ਰੱਖਿਆ ਗਿਆ ਹੈ। ਇਹ ਟਵਿਨ ਟਾਵਰ ਅੱਜ ਗਿਰਾਏ ਜਾਣਗੇ। ਦੁਪਹਿਰ 2:30 ਵਜੇ ਧਮਾਕਾ ਕੀਤਾ ਜਾਵੇਗਾ ਤੇ ਕੁਝ ਹੀ ਸੈਕਿੰਡਸ ਦੇ ਵਿੱਚ ਇਹ ਇਮਾਰਤਾਂ ਗਿਰਾ ਦਿੱਤੀਆਂ ਜਾਣਗੀਆਂ। ਟਵਿਨ ਟਾਵਰ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਗਿਰਾਏ ਜਾ ਰਹੇ ਨੇ। ਆਸ-ਪਾਸ ਦੀਆਂ ਸੁਸਾਇਟੀਜ਼ ਨੂੰ ਖਾਲੀ ਕਰਵਾਇਆ ਗਿਆ ਹੈ, ਉੱਥੋਂ ਦੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਪਾਣੀ ਦੇ ਕਨੈਕਸ਼ਨ ਨੇ, ਗੈਸ ਪਾਈਪਲਾਈਨ ਹੈ ਉਸ ਦੇ ਕਨੈਕਸ਼ਨ ਕੱਟ ਦਿੱਤੇ ਗਏ ਨੇ, ਲਿਫਟਸ ਬੰਦ ਕਰ ਦਿੱਤੀਆਂ ਗਈਆਂ ਨੇ। ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ। 1 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਲੋਕਾਂ ਨੂੰ ਜਾਣ ਦੀ ਮਨਾਹੀ ਹੈ। ਬੈਰੀਕੇਡਿੰਗ ਕੀਤੀ ਗਈ ਹੈ। ਆਸ-ਪਾਸ ਕਈ ਸਾਰੀਆਂ ਸਾਵਧਾਨੀਆਂ ਇਸ ਦੇ ਲਈ ਵਰਤੀਆਂ ਗਈਆਂ ਨੇ। ਐਕਸਪ੍ਰੈਸਵੇ ਨੂੰ ਵੀ ਕੁਝ ਸਮੇਂ ਦੇ ਲਈ ਬੰਦ ਰੱਖਿਆ ਜਾਏਗਾ। ਇਸ ਤੋਂ ਇਲਾਵਾ ਨੋ ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ। 3700 ਕਿਲੋ ਵਿਸਫੋਟਕ ਸਮੱਗਰੀ ਦੇ ਨਾਲ ਇਹਨਾਂ ਦੋਵੇਂ ਟਾਵਰਾਂ ਨੂੰ ਗਿਰਾਇਆ ਜਾਏਗਾ, ਜਿਨ੍ਹਾਂ ਦੀ ਉਚਾਈ ਕੁਤਬ ਮੀਨਾਰ ਤੋਂ ਵੀ ਜ਼ਿਆਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਆਸ-ਪਾਸ ਦੇ ਜਿਹੜੇ ਫਲੈਟਸ ਨੇ, ਆਸ-ਪਾਸ ਦੀਆਂ ਜਿਹੜੀਆਂ ਬਿਲਡਿੰਗਾਂ ਨੇ, ਉਸ ਤੋਂ ਕਿੰਨੇ ਉੱਚੇ ਇਹ ਟਵਿਨ ਟਾਵਰ ਨੇ, ਜਿਨ੍ਹਾਂ ਦੇ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਤੇ ਇਸੇ ਕਰਕੇ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਹਨਾਂ ਨੂੰ ਅੱਜ ਗਿਰਾਇਆ ਜਾਏਗਾ। ਦੋਹਾਂ ਟਾਵਰਾਂ ਦੇ ਵਿੱਚ ਟਾਈਮਰ ਲਗਾਏ ਜਾਣਗੇ। ਵਿਸਫੋਟਕ ਸਮੱਗਰੀ ਇਸ ਤਰੀਕੇ ਦੇ ਨਾਲ ਲਗਾਈ ਜਾਏਗੀ ਕਿ ਇੱਕ ਵਾਟਰਫਾਲ ਐਕਸਪਲੋਜਨ ਹੋਵੇ। ਵਾਟਰਫਾਲ ਦੇ ਤਰੀਕੇ ਨਾਲ ਝਰਨੇ ਦੀ ਤਰ੍ਹਾਂ ਇਹ ਬਿਲਡਿੰਗਾਂ ਡਿੱਗਣ, ਆਸ-ਪਾਸ ਦੀਆਂ ਬਿਲਡਿੰਗਾਂ ਨੂੰ ਕੋਈ ਨੁਕਸਾਨ ਨਾ ਹੋਵੇ। 21 ਪ੍ਰਾਇਮਰੀ ਧਮਾਕੇ ਹੋਣਗੇ ਦੋਹਾਂ ਟਾਵਰਾਂ ਦੇ ਵਿੱਚ ਤੇ 7 ਸੈਕੰਡਰੀ ਧਮਾਕੇ ਹੋਣਗੇ, ਜਿਸ ਤੋਂ ਬਾਅਦ ਕੁਝ ਹੀ ਸੈਕਿੰਡਸ ਦੇ ਵਿੱਚ ਇਹ ਇਮਾਰਤਾਂ ਢਹਿ ਢੇਰੀ ਹੋ ਜਾਣਗੀਆਂ। ਲੇਕਿਨ ਮਲਬਾ ਚੁੱਕਣ ਦੇ ਲਈ 3 ਮਹੀਨੇ ਲੱਗਣਗੇ। ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ। ਸਿਕਿਉਰਿਟੀ ਪੱਖ ਤੋਂ, ਹੈਲਥ ਐਮਰਜੈਂਸੀ ਦੇ ਪੱਖ ਤੋਂ ਇੰਤਜ਼ਾਮ ਕੀਤੇ ਗਏ ਨੇ। ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹਸਪਤਾਲਾਂ 'ਚ ਬੈੱਡ ਰਾਖਵੇਂ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਕਿਸੇ ਨੂੰ ਆਉਂਦੀ ਹੈ ਤਾਂ ਉਹਨਾਂ ਨੂੰ ਉੱਥੇ ਸ਼ਿਫਟ ਕੀਤਾ ਜਾ ਸਕੇ। ਹੈਲਥ ਐਮਰਜੈਂਸੀ ਨੂੰ ਲੈ ਕੇ ਕਈ ਸਾਰੀਆਂ ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਨੇ। ਜਿਵੇਂ ਹੀ ਐਕਸਪਲੋਜਨ ਹੋਏਗਾ ਲੋਕਾਂ ਨੂੰ ਮਾਸਕ ਪਾਉਣ ਦੀ ਹਦਾਇਤ ਦਿੱਤੀ ਗਈ ਹੈ, ਕਿਉਂਕਿ ਧੂੜ ਦਾ ਵੱਡਾ ਗੁਬਾਰ ਉੱਠੇਗਾ ਜਿਸ ਵੇਲੇ ਇਹ ਇਮਾਰਤਾਂ ਢਹਿ ਢੇਰੀ ਹੋਣਗੀਆਂ। ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਇਹ ਟਾਵਰ ਨੇ, ਕਿੰਨੇ ਉੱਚੇ ਇਹ ਟਾਵਰ ਨੇ ਤੇ ਜਿਸ ਵੇਲੇ ਇਹ ਡਿੱਗਣਗੇ ਧੂੜ ਦਾ ਗੁਬਾਰ ਉੱਠੇਗਾ, ਮਲਬਾ ਆਸ-ਪਾਸ ਫੈਲੇਗਾ ਤਾਂ ਉਸ ਦੇ ਕਾਰਨ ਮਾਸਕ ਪਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਪੁਲਿਸ ਕਰਮੀਆਂ ਦੇ ਲਈ ਵੀ ਇੰਤਜ਼ਾਮ ਕੀਤੇ ਗਏ ਨੇ। 3700 ਕਿਲੋ ਵਿਸਫੋਟਕ ਸਮੱਗਰੀ ਦੇ ਨਾਲ ਇਹ ਟਾਵਰ ਗਿਰਾਏ ਜਾਣਗੇ। ਇਸ ਤਰੀਕੇ ਦੇ ਜਿਹੜੇ ਐਕਸਪਲੋਜਨ ਨੇ ਉਹ ਪਹਿਲਾਂ ਹੁੰਦੇ ਰਹੇ ਨੇ, ਲੇਕਿਨ ਭਾਰਤ ਦੇ ਵਿੱਚ ਇਸ ਤਰੀਕੇ ਦਾ ਵਿਸਫੋਟਕ ਜਿਹੜਾ ਇਮਾਰਤਾਂ ਨੂੰ ਗਿਰਾਉਣ ਦੇ ਲਈ ਇਸਤੇਮਾਲ करना वो पहली बार हो रहा। नोएडा में भ्रष्टाचार से बने ट्विन टावर को आज ढहा दिया जाएगा। करीब 2:30 बजे ब्लास्ट किया जाएगा। इस ब्लास्ट में 3700 किलोग्राम बारूद का इस्तेमाल किया जा रहा है। ऐसे में इलाके में धुंध और धुआं छाने की आशंका, इसको लेकर प्रदूषण नियंत्रण बोर्ड की टीम तैनात हो गई है। आप देखिए कि पानी के टैंकर्स आ गए हैं। करीब 50 पानी के टैंकर्स आएंगे जो छिड़काव करेंगे। ब्लास्टिंग से पहले और बाद में पानी का छिड़काव होगा। इसके साथ ही ये सेक्टर 82 है नोएडा का, इस लोकेशन में एंटी स्मॉग गन भी तैनात की गई है। विभिन्न लोकेशन में आधा दर्जन से ज्यादा एंटी स्मॉग गन तैनात की गई है ताकि धुंध और धुएं को काबू में किया जा सके, कम से कम वातावरण में प्रदूषण फैले और लोगों के स्वास्थ्य संबंधी दिक्कतों को बचाया जा सके। इसके अलावा यहाँ पे भारी सुरक्षा बल भी तैनात कर दिया गया है। ट्विन टावर के आसपास जाने वाले जितने भी रूट हैं बैरिकेडिंग से ब्लॉक कर दिए गए, डेंजर जोन घोषित कर दिया गया है। देखिए सुरक्षा व्यवस्था पूरी तरह से चाक चौबंद है। कोई भी व्यक्ति इधर नहीं जा सकता। सिर्फ जिला प्रशासन, पुलिस प्रशासन और एफडीएस कंपनी के एक्सपर्ट ही ट्विन टावर की तरफ जा सकते हैं। उनके पास भी बने हुए हैं। बिना पास किसी की एंट्री नहीं दी जा रही है। इसके साथ ही प्रदूषण नियंत्रण को लेकर पूरी तरीके से टीम चौकन्ना, क्यों आम लोगों को यही सबसे बड़ी चिंता है कि कितनी देर तक धुंध रहेगी, धूल छाई रहेगी, जिससे कि महिलाओं, बच्चों को स्वास्थ्य संबंधी दिक्कतें आ सकती है। इस दुष्प्रभाव को कम से कम करने के लिए जिला प्रशासन भी लगातार प्रदूषण नियंत्रण बोर्ड को निर्देश दे रहा है। कैमरामैन अनिल के साथ संदीप पांडे, न्यूज 18 नोएडा।